Hi, myself Dr. Keshavan Patyar. Now we are going to discuss reticulocyte count. ਰੈਟੀਕੂਲੋਸਾਈਟ ਕਾਊਂਟ ਬਾਰੇ ਪੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਰੈਟੀਕੂਲੋਸਾਈਟ ਹੁੰਦਾ ਕੀ ਹੈ। ਰੈਟੀਕੂਲੋਸਾਈਟਸ ਨੂੰ ਆਪਾਂ ਬੇਬੀ ਆਰਬੀਸੀਜ਼ ਵੀ ਕਹਿ ਦਿੰਦੇ ਆ। ਇਹ ਆਰਬੀਸੀਜ਼ ਦੇ ਬਣਨ ਦੀ ਪ੍ਰਕਿਰਿਆ ਜਿਹਨੂੰ ਆਪਾਂ ਇਰੀਥਰੋਪੋਇਸਿਸ ਵੀ ਕਹਿੰਦੇ ਆ, ਉਹਦੇ 'ਚ ਵੱਖ-ਵੱਖ ਸਟੇਜਾਂ ਵਿੱਚੋਂ ਸੈਕੰਡ ਲਾਸਟ ਸਟੇਜ ਹੈ ਰੈਟੀਕੂਲੋਸਾਈਟ। ਜਿਵੇਂ ਕਿ ਇਸ ਪਿਕਚਰ ਵਿੱਚੋਂ ਕਲੀਅਰ ਹੈ, ਇਰੀਥਰੋਪੋਇਸਿਸ ਕੀ ਹੈ? ਇਹ ਲੀਨੀਏਜ ਆ ਆਰਬੀਸੀ ਸੈਲਸ ਦੀ ਬਣਨ ਦੀ। ਸੋ ਇਰੀਥਰੋਪੋਇਸਿਸ ਇਜ਼ ਦਾ ਲੀਨੀਏਜ ਆਫ ਫਾਰਮੇਸ਼ਨ ਆਫ ਆਰਬੀਸੀਜ਼। ਜਿਵੇਂ ਕਿ ਡਾਇਗਰਾਮ ਵਿੱਚ ਕਲੀਅਰ ਆ, ਖੱਬੇ ਹੱਥ ਵਾਲੀ ਲਾਈਨ 'ਚ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਪਲੂਰੀਪੋਟੈਂਟ ਹੀਮੋਪੋਇਟਿਕ ਸਟੈਮ ਸੈੱਲ ਹੈ। ਉਸ ਤੋਂ ਬਾਅਦ ਪ੍ਰੋਇਥਰੋਸਾਈਟ, अर्ਲੀ ਨੋਰਮੋਬਲਾਸਟ, ਇੰਟਰਮੀਡੀਏਟ ਨੋਰਮੋਬਲਾਸਟ, ਫਿਰ ਲੇਟ ਨੋਰਮੋਬਲਾਸਟ ਅਤੇ ਸੈਕੰਡ ਲਾਸਟ ਰੈਟੀਕੂਲੋਸਾਈਟ, ਫਿਰ ਐਂਡ ਵਿੱਚ ਜਿਹੜਾ ਸਾਡੇ ਕੋਲ ਫੁੱਲੀ ਮੈਚਿਓਰ ਇਰੀਥਰੋਸਾਈਟ ਆ ਜਾਂਦਾ। ਸੋ ਇਸ ਪੂਰੀ ਲੀਨੀਏਜ ਨੂੰ, ਇਸ ਲਾਈਨ ਨੂੰ, ਸਿਲਸਿਲੇਵਾਰ ਜਿਹੜੀ ਸਟੇਜਿਸ ਚੱਲ ਰਹੀਆਂ ਉਹਨੂੰ ਆਪਾਂ ਇਰੀਥਰੋਪੋਇਸਿਸ ਕਹਿੰਦੇ ਹਾਂ। ਸੋ ਇਰੀਥਰੋਪੋਇਸਿਸ ਦੀ ਇੱਕ ਸਟੇਜ ਤੋਂ ਅਗਲੀ ਸਟੇਜ ਜਾਣ ਵਾਸਤੇ ਕੁਝ ਗਰੋਥ ਫੈਕਟਰਸ ਦੀ ਲੋੜ ਪੈਂਦੀ ਹੈ, ਜਿਵੇਂ ਕਿ CFUE ਕਲੋਨੀ ਫਾਰਮਿੰਗ ਯੂਨਿਟ ਇਰੀਥਰੋਸਾਈਟ, ਇਰੀਥਰੋਪੋਇਟਿਨ ਗਰੋਥ ਫੈਕਟਰ ਔਰ ਅਦਰ ਇੰਟਰਲਿਊਕਿਨਸ ਗਰੋਥ ਫੈਕਟਰ ਜਾਂ ਹੋਰ ਕਈ ਤਰ੍ਹਾਂ ਦੇ ਗਰੋਥ ਫੈਕਟਰਸ ਦੀ ਲੋੜ ਪੈਂਦੀ ਹੈ। ਇਹਨਾਂ ਦੀ ਮਦਦ ਦੇ ਨਾਲ ਕੀ ਹੈ, ਇਹ ਇਰੀਥਰੋਪੋਇਸਿਸ ਦਾ ਹੀ ਵੱਖ-ਵੱਖ ਡਿਵੈਲਪਮੈਂਟ ਸਟੇਜਿਸ ਬਣਦੀਆਂ ਜਾਂਦੀਆਂ ਅਤੇ ਐਂਡ ਵਿੱਚ ਸਾਡੇ ਕੋਲ ਫੁੱਲੀ ਮੈਚਿਓਰ ਇਰੀਥਰੋਸਾਈਟ ਆ ਜਾਂਦਾ। ਸੋ ਇਸ ਪੂਰੀ ਜਿਹੜੀ ਪ੍ਰਕਿਰਿਆ ਸਟਾਰਟ ਹੁੰਦੀ ਆ ਪਲੂਰੀਪੋਟੈਂਟ ਹੀਮੋਪੋਇਟਿਕ ਸਟੈਮ ਸੈੱਲ ਤੋਂ। ਅਤੇ ਉਸ ਤੋਂ ਬਾਅਦ ਪ੍ਰੋ ਇਰੀਥਰੋਸਾਈਟ, अर्ਲੀ, ਇੰਟਰਮੀਡੀਏਟ, ਲੇਟ ਅਤੇ ਰੈਟੀਕੂਲੋ ਅਤੇ ਇਰੀਥਰੋਸਾਈਟ ਆ ਜਾਂਦਾ। ਜਿੱਦਾਂ ਪਲੂਰੀਪੋਟੈਂਟ ਸਟੈਮ ਸੈੱਲ ਤੋਂ ਅਗਲੀ ਸਟੇਜ ਆਉਂਦੀ ਆ ਤਾਂ ਜਿਹੜਾ ਆਰਬੀਸੀਜ਼ ਹੁੰਦਾ ਉਸ ਦੇ ਵਿੱਚ ਕੀ ਆ, ਹੌਲੀ ਹੌਲੀ ਔਰਗਨੈਲਿਜ਼ ਜਿਹੜੀਆਂ ਖਤਮ ਹੁੰਦੀਆਂ ਜਾਂਦੀਆਂ ਅਤੇ ਐਂਡ ਦੇ ਵਿੱਚ ਜਿਹੜਾ ਸਾਡੇ ਕੋਲ ਫੁੱਲੀ ਮੈਚਿਓਰ ਆਰਬੀਸੀਜ਼ ਆਉਂਦਾ ਉਹਦੇ ਵਿੱਚ ਕੋਈ ਔਰਗਨੈਲੀ ਪ੍ਰੈਜੈਂਟ ਨਹੀਂ ਹੁੰਦੀ, ਕੋਈ ਨਿਊਕਲੀਅਸ ਪ੍ਰੈਜੈਂਟ ਨਹੀਂ ਹੁੰਦਾ। ਬਟ ਇਹ ਜਿਹੜੀ ਚੀਜ਼ ਹੈ ਬਾਕੀ ਸਟੇਜਿਸ ਵਾਸਤੇ ਟਰੂ ਨਹੀਂ ਹੈ। ਪ੍ਰੋ, अर्ਲੀ, ਇੰਟਰਮੀਡੀਏਟ ਅਤੇ ਲੇਟ ਨੋਰਮੋਬਲਾਸਟ ਜਿਹੜੀਆਂ ਕਿ ਸਟੇਜਿਸ ਸਾਡੀ ਬੋਨ ਮੈਰੋ ਦੇ ਵਿੱਚ ਹੁੰਦੀਆਂ, ਉਹ ਇਮੈਚਿਓਰ ਸਟੇਜਿਸ ਦੇ ਵਿੱਚ ਕੀ ਆ, ਆਰਬੀਸੀਜ਼ ਕੋ ਹਰ ਤਰ੍ਹਾਂ ਦੀ ਔਰਗਨੈਲੀ ਅਤੇ ਨਿਊਕਲੀਅਸ ਵੀ ਪ੍ਰੈਜੈਂਟ ਹੁੰਦਾ। ਬਟ ਜਿੱਦਾਂ ਉਹ अर्ਲੀ ਡਿਵੈਲਪਮੈਂਟ ਸਟੇਜ, ਅਗਲੀ ਡਿਵੈਲਪਮੈਂਟ ਸਟੇਜ ਵੱਲ ਵੱਧਦਾ ਜਾਂਦਾ ਤਾਂ ਹੌਲੀ ਹੌਲੀ ਉਹਦੇ ਵਿੱਚ ਕੀ ਆ, ਸਾਰੀ ਔਰਗਨੈਲੀਜ਼ ਅਤੇ ਨਿਊਕਲੀਅਸ ਵੀ ਖਤਮ ਹੋ ਜਾਂਦਾ। ਬਟ ਰੈਟੀਕੂਲੋਸਾਈਟਸ ਦੇ ਕੋਲ ਕੀ ਹੈ, ਕੁਛ RNA, ਰਾਈਬੋਸੋਮਲ RNA ਦੇ ਅੰਸ਼ ਜਾਂ ਟੁਕੜੇ ਬਚੇ ਰਹਿ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਰੈਟੀਕੂਲਮ ਜਾਂ ਰੈਟੀਕੂਲੋਫਿਲਾਮੈਂਟਸ ਪੈਟਰਨ ਵੀ ਕਹਿ ਦਿੰਦੇ ਆ। ਅਤੇ ਇਹਨਾਂ ਰੈਟੀਕੂਲਮ ਜਾਂ ਰੈਟੀਕੂਲੋਫਿਲਾਮੈਂਟਸ ਪੈਟਰਨ ਦੀ ਕੀ ਖਾਸੀਅਤ ਹੈ ਕਿ ਇਹ ਸੁਪਰਾਵਾਈਟਲ ਸਟੇਨ ਜਿਹੜੀ ਕਿ BCB ਬ੍ਰਿਲੀਅੰਟ ਕ੍ਰਿਸਾਲ ਬਲੂ ਜਾਂ ਮਿਥਾਈਲੀਨ ਬਲੂ ਦੇ ਨਾਲ ਈਜ਼ਲੀ ਰੰਗੇ ਜਾਂਦੇ ਆ ਅਤੇ ਮਾਈਕਰੋਸਕੋਪ ਦੇ ਨੀਚੇ ਈਜ਼ਲੀ ਪਛਾਣੇ ਜਾ ਸਕਦੇ ਆ। ਇਸ ਰੈਟੀਕੂਲਮ ਨੈਟਵਰਕ ਦਾ ਖਾਸ ਫੀਚਰ, ਇਹ ਰੈਟੀਕੂਲਮ ਨੈਟਵਰਕ ਜਾਂ ਰੈਟੀਕੂਲੋਫਿਲਾਮੈਂਟਸ ਪੈਟਰਨ ਰੈਟੀਕੂਲੋਸਾਈਟਸ ਦਾ ਖਾਸ ਫੀਚਰ ਹੈ, ਜਿਹੜਾ ਕਿ ਇਹਨੂੰ ਮੈਚਿਓਰ ਆਰਬੀਸੀਜ਼ ਤੋਂ ਅਲੱਗ ਕਰਦਾ। ਜਿਵੇਂ ਹੀ ਰੈਟੀਕੂਲੋਸਾਈਟ ਅਗਲੀ ਮੈਚਿਓਰ ਸਟੇਜ ਇਰੀਥਰੋਸਾਈਟ 'ਚ ਕਨਵਰਟ ਹੁੰਦਾ ਤਦ ਹੌਲੀ ਹੌਲੀ ਇਹ ਵਾਲੇ ਰੈਟੀਕੂਲੋਫਿਲਾਮੈਂਟਸ ਪੈਟਰਨ ਜਾਂ ਰੈਟੀਕੂਲਮ ਪੈਟਰਨ ਜਿਹੜਾ ਕਿ ਜਾਲੀਨੁਮਾ ਧਾਗੇ ਵਰਗਾ ਰਿਸ਼ਤੇਦਾਰ ਸਟਰਕਚਰ ਹੁੰਦਾ ਉਹ ਵੀ ਖਤਮ ਹੋ ਜਾਂਦੇ ਆ ਅਤੇ ਆਰਬੀਸੀ ਦੇ ਵਿੱਚ ਸਿਰਫ ਸਾਡੇ ਕੋਲ ਕੋਈ ਵੀ ਔਰਗਨੈਲੀ ਅਤੇ ਹੋਰ ਕੋਈ ਵੀ RNA ਦੇ ਟੁਕੜੇ ਜਾਂ ਅੰਸ਼ ਜਿਹੜਾ ਨਹੀਂ ਰਹਿੰਦਾ। ਅਤੇ ਇਹ ਜਿਹੜੇ ਆ ਰੈਟੀਕੂਲਮ ਜਾਂ ਰੈਟੀਕੂਲੋਫਿਲਾਮੈਂਟਸ ਪੈਟਰਨ ਜਿਹੜਾ ਹੈ ਉਹ ਮੈਚਿਓਰ ਆਰਬੀਸੀਜ਼ ਨਾਲੋਂ ਵੱਖ ਕਰਦਾ ਰੈਟੀਕੂਲੋਸਾਈਟ ਨੂੰ। ਸੋ ਇਹ ਰੈਡ ਸੈੱਲ ਲੀਨੀਏਜ ਦੇ ਵਿੱਚ अर्ਲੀ ਸਟੇਜਿਸ ਤੋਂ ਸਾਡੇ ਕੋਲ ਮੈਚਿਓਰ ਸਟੇਜ ਜਿਹੜੀ ਹੈਗੀ ਆ ਰੈਟੀਕੂਲੋਸਾਈਟ ਇਰੀਥਰੋਸਾਈਟ ਆ ਜਾਂਦੀ ਹੈ। ਸੋ ਇਹਨੂੰ ਹੀ ਕਾਊਂਟ ਕਰਨ ਦੀ ਪ੍ਰਕਿਰਿਆ ਨੂੰ ਅਸੀਂ ਕੀ ਕਹਿੰਦੇ ਹਾਂ, ਰੈਟੀਕੂਲੋਸਾਈਟ ਕਾਊਂਟਿੰਗ ਕਹਿ ਦਿੰਦੇ ਹਾਂ। ਜੇ ਇਹ ਲੀਨੀਏਜ ਨੋਰਮਲ ਤਰੀਕੇ ਦੇ ਨਾਲ ਚੱਲਦੀ ਰਹੇ, ਮਤਲਬ ਕਿ
ਸਟੈਮ ਸੈਲਸ ਤੋਂ ਬਾਕੀ ਸਾਰੀਆਂ ਸਟੇਜਸ ਬਣ ਰਹੀਆਂ, ਫਿਰ ਰੈਟੀਕੂਲੋਸਾਈਟ ਬਣ ਰਿਹਾ ਅਤੇ ਇਰੀਥਰੋਸਾਈਟ ਬਣ ਰਿਹਾ, ਤਾਂ ਅਸੀਂ ਕਹਾਂਗੇ ਕਿ ਸਾਡੀ ਹਿਊਮਨ ਬਾਡੀ ਦੇ ਵਿੱਚ ਜਿਹੜੀ ਇਰੀਥਰੋਪੋਇਟਿਕ ਐਕਟੀਵਿਟੀ ਕੀ ਆ, ਨੋਰਮਲ ਹੈ। ਇਹ ਇਰੀਥਰੋਪੋਇਟਿਕ ਐਕਟੀਵਿਟੀ ਕਿਸੇ ਬਿਮਾਰੀ ਕਾਰਨ ਵੱਧ ਵੀ ਸਕਦੀ ਆ ਅਤੇ ਘੱਟ ਵੀ ਸਕਦੀ ਆ। ਜੇ ਤਾਂ ਇਰੀਥਰੋਪੋਇਟਿਕ ਐਕਟੀਵਿਟੀ ਵੱਧ ਰਹੀ ਆ ਕਿਸੇ ਬਿਮਾਰੀ ਕਰਕੇ ਜਾਂ ਕਿਸੇ ਕਲੀਨਿਕਲ ਕੰਡੀਸ਼ਨ ਕਰਕੇ, ਤਾਂ ਸਾਡੀ ਬਾਡੀ ਦੇ ਵਿੱਚ ਕੀ ਆ, ਅਰਲੀ ਸਟੇਜਿਸ ਜਿਹੜੀਆਂ ਹੈਗੀਆਂ ਉਹਨਾਂ ਦਾ ਕਾਊਂਟ ਵੀ ਵੱਧ ਜਾਏਗਾ ਅਤੇ ਇਰੀਥਰੋਸਾਈਟ ਦਾ ਕਾਊਂਟ ਵੀ ਵੱਧ ਜਾਏਗਾ। ਬਟ ਜੇ ਇਰੀਥਰੋਸਾਈਟਿਕ ਐਕਟੀਵਿਟੀ ਹਿਊਮਨ ਬਾਡੀ ਦੇ ਵਿੱਚ ਜਾਂ ਕਿਸੇ ਕਲੀਨਿਕਲ ਕੰਡੀਸ਼ਨ ਦੇ ਵਿੱਚ ਘੱਟ ਗਈ ਆ, ਤਾਂ ਇਹਨਾਂ ਸਾਰੀ ਸਟੇਜਿਸ ਦੀ ਪ੍ਰੋਡਕਸ਼ਨ ਦੇ ਵਿੱਚ ਵੀ ਕਮੀ ਆ ਜਾਏਗੀ ਅਤੇ ਇਰੀਥਰੋਸਾਈਟ ਦੀ ਪ੍ਰੋਡਕਸ਼ਨ ਦੇ ਵਿੱਚ ਵੀ ਕਮੀ ਆ ਜਾਏਗੀ, ਜਿੱਦਾਂ ਕਿ ਅਨੀਮੀਆ ਦੇ ਕੇਸਿਸ ਦੇ ਵਿੱਚ ਹੁੰਦਾ ਹੈ। ਕਈ ਵੇਲੇ ਕੀ ਹੈ, ਸਾਰੀ ਸਟੇਜਿਸ ਦੇ ਸੈਲਸ ਬਣਦੇ ਆ, ਬਟ ਉਹਨਾਂ 'ਚੋਂ ਇੱਕ ਸਟੇਜ ਦਾ ਜਿਹੜਾ ਸੈੱਲ ਹੈਗਾ ਉਹ ਛੇਤੀ ਡਿਸਟਰੋਏ ਹੋ ਜਾਂਦਾ ਅਤੇ ਛੇਤੀ ਖ਼ਤਮ ਹੋ ਜਾਂਦਾ ਅਤੇ ਉਹਦਾ ਕਾਊਂਟ ਘੱਟ ਜਾਏਗਾ, ਬਾਕੀ ਸਾਰੀਆਂ ਸਟੇਜਿਸ ਦਾ ਕਾਊਂਟ ਵੱਧ ਜਾਏਗਾ। ਮੰਨ ਲਓ ਅਸੀਂ ਐਗਜ਼ਾਮਪਲ ਲਈਏ ਹੀਮੋਲਿਟਿਕ ਅਨੀਮੀਆ ਦੀ, ਤਾਂ ਉਹਦੇ ਵਿੱਚ ਕੀ ਆ, ਇਰੀਥਰੋਸਾਈਟ ਜਿਹੜੇ ਮੈਚਿਓਰ ਹੈ ਉਹ 120 ਡੇਜ਼ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੇ ਆ। ਸੋ ਉਹਨੂੰ ਰਿਪਲੇਸ ਕਰਨ ਵਾਸਤੇ ਸਾਡੀ ਬਾਡੀ ਦੇ ਵਿੱਚ ਕੀ ਹੈ, ਇਰੀਥਰੋਪੋਇਟਿਕ ਐਕਟੀਵਿਟੀ ਵੱਧ ਜਾਏਗੀ ਅਤੇ ਨੋਰਮਲ ਰੈਟੀਕੂਲੋਸਾਈਟ ਕਾਊਂਟ ਨਾਲੋਂ ਜ਼ਿਆਦਾ ਰੈਟੀਕੂਲੋਸਾਈਟਸ ਕਾਊਂਟ ਸਾਡੀ ਬਾਡੀ ਵਿੱਚ ਪਾਇਆ ਜਾਏਗਾ। ਸੋ ਇਹ ਅਹਿਮੀਅਤ ਆ ਰੈਟੀਕੂਲੋਸਾਈਟ ਕਾਊਂਟ ਦੀ। Now coming to the definition of reticulocyte count. So reticulocytes are the immature red blood cells which contain remnants of ribosomal RNA. They are normally present in bone marrow and bloodstream. The number of reticulocyte in peripheral blood is the reflection of erythropoietic activity. ਇਹ already ਤੁਹਾਨੂੰ ਮੈਂ ਪਹਿਲਾਂ ਸਮਝਾ ਚੁੱਕਾ ਹਾਂ ਵੀ ਰੈਟੀਕੂਲੋਸਾਈਟ ਕੀ ਹੈ। ਇਮੈਚਿਓਰ ਰੈਡ ਬਲੱਡ ਸੈੱਲ ਹੁੰਦੇ ਆ, ਬੇਬੀ ਸੈੱਲਸ ਹੁੰਦੇ ਆ, ਜਿਨ੍ਹਾਂ ਦੇ ਵਿੱਚ ਰਾਈਬੋਸੋਮਲ RNA ਦੇ ਕੁਝ ਬਚੇ ਖੁਚੇ ਅੰਸ਼ ਜਾਂ ਟੁਕੜੇ ਪ੍ਰੈਜ਼ੈਂਟ ਹੁੰਦੇ ਆ, ਜਿਹੜੇ ਕਿ ਧਾਗੇ ਵਰਗਾ ਸਟਰਕਚਰ ਜਾਂ ਫਾਈਬਰ ਵਰਗਾ ਸਟਰਕਚਰ ਹੈ, ਜਿਹੜਾ ਦੂਰੋਂ ਦੇਖਣ ਨੂੰ ਜਾਲੀਨੁਮਾ ਸਟਰਕਚਰ ਨਜ਼ਰ ਆਉਂਦਾ ਸਾਨੂੰ, ਅਤੇ ਈਜ਼ਲੀ ਸਟੇਨ ਹੋ ਜਾਂਦਾ ਸੁਪਰਾਵਾਈਟਲ ਸਟੇਨ, ਬ੍ਰਿਲੀਅੰਟ ਕ੍ਰਿਸਾਲ ਬਲੂ ਜਾਂ ਨਿਊ ਮਿਥਾਈਲਿਨ ਬਲੂ ਦੇ ਨਾਲ। ਸੋ ਇਹ ਜਿਹੜਾ ਰਾਈਬੋਸੋਮਲ ਰੈਮਨੈਂਟਸ ਹੈਗੇ ਆ, ਇਹ ਮੈਸ਼ ਲਾਈਕ ਸਟਰਕਚਰ ਬਣਾਉਂਦੇ ਆ, ਰੈਟੀਕੂਲਮ ਜਾਂ ਰੈਟੀਕੂਲੋਫਿਲਾਮੈਂਟਸ ਪੈਟਰਨ, ਜਿਹੜਾ ਈਜ਼ੀਲੀ ਸਟੇਨ ਹੋ ਰਿਹਾ ਸੁਪਰਾਵਾਈਟਲ ਸਟੇਨ ਕਰਕੇ। ਅਤੇ ਇਹ ਜਿਹੜੀਆਂ ਸਟੇਨਸ ਹੈਗੀਆਂ ਆ, ਇਸ ਰਾਈਬੋਸੋਮਲ RNA ਨੂੰ ਪ੍ਰੈਸੀਪੀਟੇਟ ਕਰ ਦਿੰਦੀਆਂ ਅਤੇ ਇੱਕ ਖਾਸ ਤਰ੍ਹਾਂ ਦਾ ਰੰਗ ਦੇ ਦਿੰਦੀਆਂ, ਅਤੇ ਆਪਾਂ ਇਹਨੂੰ ਮਾਈਕਰੋਸਕੋਪ ਦੇ ਵਿੱਚ ਪਛਾਣ ਸਕਦੇ ਹਾਂ ਕਿ ਇਹ ਰੈਟੀਕੂਲੋਸਾਈਟ ਸੈੱਲ ਹੈ ਜਾਂ ਮੈਚਿਓਰ RBC ਹੈ। Next is the principle. Given their acidic nature, ribosomes of reticulocytes react with a certain alkaline dye such as brilliant chrysal blue or new methylene blue to form dark blue purple granules or filaments. This reaction takes place only in whitely stained unfixed preparation. Since reticulocytes ripen within about 24 hours in blood circulation, the reticulocyte count must be done on fresh blood. ਇਹ ਤੁਹਾਨੂੰ ਮੈਂ ਆਲਰੇਡੀ ਪਹਿਲਾਂ ਹੀ ਦੱਸ ਚੁੱਕਾ ਕਿ ਰਾਈਬੋਸੋਮਲ RNA ਦੀ ਫੁੱਲ ਫਾਰਮ ਹੁੰਦੀ ਹੈ ਰਾਈਬੋ ਨਿਊਕਲਿਕ ਐਸਿਡ। ਸੋ ਨਿਊਕਲਿਕ ਐਸਿਡ ਡਾਈ ਦਾ ਬੇਸਿਕ ਪ੍ਰਿੰਸੀਪਲ ਹੈ ਕਿ ਜਿਹੜੀ ਚੀਜ਼ ਐਸਿਡਿਕ ਹੈ ਉਹਨੂੰ ਬੇਸਿਕ ਡਾਈ ਰੰਗੇਗੀ, ਅਤੇ ਜਿਹੜੀ ਚੀਜ਼ ਬੇਸਿਕ ਹੈ ਉਹਨੂੰ ਐਸਿਡਿਕ ਡਾਈ ਜਾਂ ਐਸਿਡਿਕ ਕੰਪੋਨੈਂਟ ਰੰਗੇਗਾ। ਸੋ ਰਾਈਬੋਸੋਮਲ RNA ਉਹਦੇ ਨਾਮ ਤੋਂ ਪਤਾ ਚੱਲ ਰਿਹਾ ਉਹ ਐਸਿਡ ਹੈ, ਤਾਂ ਉਹਦੇ ਉੱਤੇ ਜਿਹੜਾ ਡਾਈ ਅਸਰ ਕਰੇਗੀ ਜਾਂ ਰੰਗ ਚੜਾਵੇਗੀ ਉਹ ਕੀ ਬੇਸਿਕ ਇਨ ਨੇਚਰ ਹੋਵੇਗੀ। ਉਹ ਕਿਹੜੀਆਂ ਡਾਈਜ਼ ਆ, ਬ੍ਰਿਲੀਅੰਟ ਅਤੇ ਕ੍ਰਿਸਾਲ ਬਲੂ। ਉਹਦੇ ਨਾਲ ਕੀ ਆ, ਪ੍ਰੈਸੀਪੀਟੇਟ ਕਰਕੇ ਮੈਸ਼ ਲਾਈਕ ਸਟਰਕਚਰ ਬਣਾ ਲੈਂਦੇ ਆ, ਜਿਹਨੂੰ ਆਪਾਂ ਰੈਟੀਕੂਲਮ ਜਾਂ ਰੈਟੀਕੂਲੋਫਿਲਾਮੈਂਟਸ ਪੈਟਰਨ ਕਹਾਂਗੇ, ਅਤੇ ਇਹਨੂੰ ਆਪਾਂ ਫਿਰ ਫਰਦਰ ਮਾਈਕਰੋਸਕੋਪ ਦੇ ਨੀਚੇ ਦੇਖ ਸਕਦੇ ਹਾਂ। ਸੋ ਇਹ ਸੁਪਰਾਵਾਈਟਲ ਸਟੇਨਿੰਗ ਦੀ ਬਹੁਤ ਹੀ ਵਧੀਆ ਐਗਜ਼ਾਮਪਲ ਹੈ, ਕਿਉਂਕਿ ਅਸੀਂ ਲਿਵਿੰਗ ਬਾਡੀ ਦੇ ਵਿੱਚੋਂ ਲਿਵਿੰਗ ਸੈਲਸ ਨੂੰ ਬਾਹਰ ਕੱਢਦੇ ਹਾਂ ਅਤੇ ਉਹਨਾਂ ਨੂੰ ਫਰਦਰ ਫਿਰ ਸੁਪਰਾਵਾਈਟਲ ਸਟੇਨ ਦੇ ਨਾਲ ਡਾਈ ਕਰਕੇ ਉਹਨਾਂ ਦੀ ਪਛਾਣ ਕਰ ਸਕਦੇ ਹਾਂ। ਅਤੇ ਰੈਟੀਕੂਲੋਸਾਈਟਸ ਜਿਹੜੇ ਹੈਗੇ ਆ 24 ਆਵਰਸ ਦੇ ਵਿੱਚ ਕੁਛ ਸੈੱਲ ਛੇਤੀ ਮੈਚਿਓਰ ਵੀ ਹੋ ਸਕਦੇ ਆ। ਮੰਨ ਲਓ ਆਪਾਂ ਬਲੱਡ ਕੱਢਿਆ ਤਾਂ ਉਹਨਾਂ ਵਿੱਚ ਕੋਈ ਇੱਦਾਂ ਦੇ RBCs ਆ ਜਿਨ੍ਹਾਂ ਦਾ ਲਾਈਫ ਦਾ ਉਹ 119ਵਾਂ ਦਿਨ ਹੈ, ਅਤੇ 101 ਦਿਨ ਬਾਅਦ ਉਹ 120 ਸਾਲ ਦੇ ਮੈਚਿਓਰ ਹੋ ਕੇ ਡਿਸਟਰੋਏ ਹੋ ਜਾਣਗੇ। ਤਾਂ ਸਾਨੂੰ ਰੈਟੀਕੂਲੋਸਾਈਟ ਕਾਊਂਟ ਵਾਸਤੇ ਫਰੈਸ਼ਲੀ ਬਲੱਡ ਕੱਢ ਕੇ ਉਹਨੂੰ ਛੇਤੀ ਤੋਂ ਛੇਤੀ ਉਹਦੀ ਸਟੇਨਿੰਗ ਕਰਕੇ ਉਹਦਾ ਕਾਊਂਟ ਕਰ ਲੈਣਾ ਚਾਹੀਦਾ। ਸੋ ਇਹ ਓਵਰਆਲ ਡਾਇਗਰਾਮ ਆ ਰੈਟੀਕੂਲੋਸਾਈਟਸ ਦੀ ਪੈਰੀਫਰਲ ਬਲੱਡ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿ ਰੇਸ਼ਾਨੁਮਾ ਸਟਰਕਚਰ ਸਾਨੂੰ ਦਿਖਾਈ ਦੇ ਰਿਹਾ। ਇਹ ਰੇਸ਼ਾਨੁਮਾ ਸਟਰਕਚਰ
ਇੱਕ ਜਾਂ ਜਾਲੀਨੁਮਾ ਸਟਰਕਚਰ ਜਾਂ ਮੈਸ਼ ਵਰਕ ਜਿਹੜਾ ਹੈਗਾ ਉਹਨੂੰ ਆਪਾਂ ਰੈਟੀਕੂਲਮ ਕਹਿੰਦੇ ਹਾਂ ਜਾਂ ਰੈਟੀਕੂਲੋ ਫਿਲਾਮੈਂਟਸ ਪੈਟਰਨ ਕਹਿੰਦੇ ਹਾਂ। ਇਹ ਰੈਟੀਕੂਲਮ ਜਾਂ ਰੈਟੀਕੂਲੋ ਫਿਲਾਮੈਂਟਸ ਪੈਟਰਨ ਰੈਟੀਕੂਲੋਸਾਈਟ ਦੀ ਖਾਸੀਅਤ ਹੈ। ਇਹ ਹੋਰ ਕਿਸੇ ਵੀ ਸਟੇਜ ਡਿਵੈਲਪਮੈਂਟ ਅਰੀਥੋਸਾਈਟ ਡਿਵੈਲਪਮੈਂਟ ਸਟੇਜ ਵਿੱਚ ਨਹੀਂ ਪਾਏ ਜਾਂਦੇ ਅਤੇ ਮੈਚਿਓਰ ਆਰਬੀਸੀਜ਼ ਦੇ ਵਿੱਚ ਬਿਲਕੁਲ ਹੀ ਨਹੀਂ ਪਾਏ ਜਾਂਦੇ। ਸੋ ਇਹਨਾਂ ਰੈਟੀਕੂਲਮ ਅਤੇ ਰੈਟੀਕੂਲੋ ਫਿਲਾਮੈਂਟਸ ਪੈਟਰਨ ਦੀ ਪਛਾਣ ਕਰਨ ਤੋਂ ਬਾਅਦ ਆਪਾਂ ਰੈਟੀਕੂਲੋਸਾਈਟਸ ਦੀ ਪਛਾਣ ਕਰ ਸਕਦੇ ਹਾਂ ਅਤੇ ਬਾਕੀ ਸਟੇਜਿਸ ਖਾਸ ਕਰਕੇ ਆਰਬੀਸੀਜ਼ ਤੋਂ ਇਹਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ। ਜੇ ਤੁਸੀਂ ਡਾਇਗਰਾਮ ਧਿਆਨ ਨਾਲ ਦੇਖੋ ਤਾਂ ਜਿਹੜਾ ਪੂਰਾ ਆਰਬੀਸੀ ਸੈੱਲ ਹੈਗਾ ਉਹ ਸਾਨੂੰ ਗ੍ਰੀਨਿਸ਼ ਕਲਰ ਦਾ ਨਜ਼ਰ ਆਏਗਾ ਅਤੇ ਉਹਦੇ ਅੰਦਰ ਜਿਹੜਾ ਰੈਟੀਕੂਲਮ ਜਾਂ ਰੈਟੀਕੂਲੋ ਫਿਲਾਮੈਂਟਸ ਪੈਟਰਨ ਹੈਗਾ, ਧਾਗੇਨੁਮਾ ਜਾਂ ਰੇਸ਼ੇਨੁਮਾ ਸਟਰਕਚਰ ਹੈਗਾ, ਉਹ ਸਾਨੂੰ ਹਲਕਾ ਜਿਹਾ ਬਲੂ ਕਲਰ ਦਾ ਨਜ਼ਰ ਆਉਂਦਾ। ਸੋ ਇਸ ਤੋਂ ਆਪਾਂ ਕੀ ਆ ਮਾਈਕਰੋਸਕੋਪ ਦੇ ਨੀਚੇ ਆਰਬੀਸੀਜ਼ ਅਤੇ ਰੈਟੀਕੂਲੋਸਾਈਟਸ ਨੂੰ ਈਜ਼ੀਲੀ ਡਿਫਰੈਂਸ਼ੀਏਟ ਕਰ ਸਕਦੇ ਹਾਂ। ਨਾਓ ਪ੍ਰੋਸੀਜਰ ਕੀ ਆ, ਮੈਥਡ ਕੀ ਆ, ਵਟ ਇਜ਼ ਦਾ ਮੈਥਡ? ਸੋ ਐਡ 2 to 3 drops of reticulocyte dye in a tube. Add 2 drops of blood and mix. Incubate at 37 degrees Celsius for 15 to 20 minutes. Resuspend by gentle mixing and prepare a film on a glass slide. Leave to dry. Examine under microscope using oil immersion lens. Select a well-prepared, well-stained area. Reticulocytes appear as a pale greenish cells and dark blue granules or filament. Count the number of reticulocytes in 40 successive field. Count the number of total RBCs in the field. Determine the ratio of the reticulocyte to the total RBC. ਸੋ ਇਹ ਓਵਰਆਲ ਮੈਥਡ ਹੈ, ਪ੍ਰੋਸੀਜਰ ਹੈ, ਅਸੀਂ ਕਿੱਦਾਂ ਰੈਟੀਕੂਲੋਸਾਈਟ ਕਾਊਂਟਿੰਗ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ 2-3 ਬੂੰਦਾਂ ਲਵਾਂਗੇ ਰੈਟੀਕੂਲੋਸਾਈਟ ਡਾਈ ਦੀਆਂ। ਉਹ ਡਾਈ ਆਪਾਂ ਸਾਡੇ ਕੋਲ ਬ੍ਰਿਲੀਅੰਟ ਕ੍ਰਿਜ਼ਾਈਲ ਬਲੂ ਵੀ ਹੋ ਸਕਦੀ ਹੈ ਜਾਂ ਆਪਾਂ ਨਿਊ ਮਿਥਾਈਲਿਨ ਬਲੂ ਡਾਈ ਯੂਜ਼ ਕਰ ਸਕਦੇ ਹਾਂ। ਫਿਰ ਟਿਊਬ ਦੇ ਵਿੱਚ ਡਾਈ ਪਾਉਣ 2-3 ਬੂੰਦਾਂ ਪਾਉਣ ਤੋਂ ਬਾਅਦ 2 ਬੂੰਦਾਂ ਆਪਾਂ ਬਲੱਡ ਦੀਆਂ ਪਾਵਾਂਗੇ, ਤੈਨੂੰ ਮਿਕਸ ਕਰਾਂਗੇ, ਪਰ ਬੜੀ ਜੈਂਟਲੀ ਮਿਕਸ ਕਰਨਾ ਹੁੰਦਾ, ਵਿਗਰਸਲੀ ਸ਼ੇਕਿੰਗ ਨਹੀਂ ਚਾਹੀਦੀ। ਉਸ ਤੋਂ ਬਾਅਦ ਉਹਨੂੰ ਇਨਕਿਊਬੇਟ ਕੀਤਾ ਜਾਏਗਾ 37 ਡਿਗਰੀ 'ਤੇ 15 ਤੋਂ 20 ਮਿੰਟ ਲਈ। ਉਸ ਤੋਂ ਬਾਅਦ ਕੀ ਹੈ, ਗਲਾਸ ਸਲਾਈਡ ਦੇ ਉੱਤੇ ਕੀ ਹੈ, ਇੱਕ ਸਮੀਅਰ ਬਣਾਇਆ ਜਾਏਗਾ ਅਤੇ ਉਹਨੂੰ ਮਾਈਕਰੋਸਕੋਪ ਦੇ ਨੀਚੇ ਦੇਖ ਲਿਆ ਜਾਏਗਾ, ਪਹਿਲਾਂ 100x, ਪਹਿਲਾਂ 40x ਅਤੇ ਫਿਰ ਆਇਲ ਇਮਰਸ਼ਨ ਦੇ ਨਾਲ 100x ਦੇ ਉੱਤੇ। ਅਤੇ ਸਾਨੂੰ ਸਲਾਈਡ ਦੇ ਵਿੱਚ ਰੈਟੀਕੂਲੋਸਾਈਟਸ ਜਿਹੜੇ ਆ ਉਹ ਨਜ਼ਰ ਆਉਣਗੇ ਸੈੱਲ ਗ੍ਰੀਨਿਸ਼ ਕਲਰ ਦੇ, ਬਟ ਉਹਨਾਂ ਦੇ ਅੰਦਰ ਕੀ ਆ ਡਾਰਕ ਬਲੂ ਫਿਲਾਮੈਂਟਸ ਸਟਰਕਚਰ ਪ੍ਰੈਜ਼ੈਂਟ ਹੋਏਗਾ, ਰੈਟੀਕੂਲਮ ਜਾਂ ਰੈਟੀਕੂਲਮ ਫਿਲਾਮੈਂਟਸ ਪੈਟਰਨ, ਜਿਹੜਾ ਕਿ ਨੋਰਮਲ ਆਰਬੀ ਸੈਲਸ ਵਿੱਚ ਨਹੀਂ ਹੋਏਗਾ। ਫਿਰ ਅਸੀਂ ਆਰਬੀਸੀਜ਼ ਨੂੰ ਆਪਾਂ ਡਿਫਰੈਂਟ ਫੀਲਡਸ ਦੇ ਵਿੱਚ ਕੀ ਆ ਕਾਊਂਟ ਕਰ ਲਾਂਗੇ ਅਤੇ ਨਾਲ ਦੀ ਨਾਲ ਰੈਟੀਕੂਲੋਸਾਈਟਸ ਨੂੰ ਕਾਊਂਟ ਕਰ ਲਾਂਗੇ ਅਤੇ ਉਸ ਤੋਂ ਫਿਰ ਆਪਾਂ ਫਾਰਮੂਲਾ ਲਗਾ ਕੇ ਰੈਟੀਕੂਲੋਸਾਈਟਸ ਦੀ ਪਰਸੈਂਟੇਜ ਕੱਢ ਲਵਾਂਗੇ। ਸੋ ਕੈਲਕੂਲੇਸ਼ਨ ਕੀ ਆ, ਨਾਓ ਕਮਿੰਗ ਟੂ ਦ ਕੈਲਕੂਲੇਸ਼ਨ। ਫਸਟ ਆਫ ਆਲ ਅਸੀਂ ਰੈਟੀਕੂਲੋਸਾਈਟ ਕਾਊਂਟ ਕਰਾਂਗੇ, ਜਿਨ੍ਹਾਂ ਦੇ ਵਿੱਚ ਕੀ ਆ ਸਾਨੂੰ ਰੈਟੀਕੂਲਮ ਪੈਟਰਨ, ਧਾਗੇਨੁਮਾ ਜਾਂ ਰੇਸ਼ੇਨੁਮਾ ਸਟਰਕਚਰ ਦਿਖਾਈ ਦੇ ਰਿਹਾ। ਫਿਰ ਨੋਰਮਲ ਆਰਬੀਸੀਜ਼ ਦੇਖਾਂਗੇ, ਫਿਰ ਉਹਦੀ ਪਰਸੈਂਟੇਜ ਕੱਢ ਲਾਂਗੇ। ਫਾਰਮੂਲਾ ਕੀ ਆ, ਨੰਬਰ ਆਫ ਪਰਸੈਂਟੇਜ ਰੈਟੀਕੂਲੋਸਾਈਟਸ, ਪਰਸੈਂਟੇਜ ਇਹਦੀ ਰਿਜ਼ਲਟ ਆਉਂਦਾ, ਦੈਟ ਇਜ਼ ਇਕੁਅਲ ਟੂ percentage reticulocyte is equal to number of reticulocytes divided by RBC observed into 100. ਸੋ ਅਸੀਂ 1000 ਸੈੱਲਾਂ ਦੇ ਵਿੱਚ ਦੇਖਾਂਗੇ ਕਿ ਕਿੰਨੇ ਰੈਟੀਕੂਲੋਸਾਈਟ ਹੈ, ਫਿਰ ਉਹਨੂੰ ਡਿਵਾਈਡ ਕਰ ਦਾਂਗੇ 1000 RBCs ਦੇ ਨਾਲ, ਗਿਣਤੀ ਦੇ ਨਾਲ ਫੀਲਡ ਦੇ ਵਿੱਚ, ਫਿਰ ਉਹਨੂੰ 100 ਨਾਲ ਗੁਣਾ ਕਰ ਦਾਂਗੇ, ਸਾਡੇ ਕੋਲ ਕੀ ਆ ਪਰਸੈਂਟੇਜ ਦੇ ਵਿੱਚ ਵੈਲਿਊ ਆ ਜਾਏਗੀ। ਸੋ ਨੋਰਮਲ ਰੇਂਜ ਕੀ ਆ ਰੈਟੀਕੂਲੋਸਾਈਟ ਦੀ ਪਰਸੈਂਟੇਜ ਦੇ ਵਿੱਚ, ਅਡਲਟ ਦੇ ਵਿੱਚ 0.5 ਤੋਂ 2.5% ਹੁੰਦਾ ਅਤੇ ਇਨਫੈਂਟਸ ਬੱਚਿਆਂ ਦੇ ਵਿੱਚ ਕੀ ਆ 2 to 5%। ਬੱਚਿਆਂ ਦੇ ਵਿੱਚ ਰੈਟੀਕੂਲੋਸਾਈਟ ਕਾਊਂਟ ਜ਼ਿਆਦਾ ਹੁੰਦਾ ਕਿਉਂਕਿ ਇਹਦੇ ਵਿੱਚ ਕੀ ਐਰਥਰੋਪੋਇਟਿਕ ਐਕਟੀਵਿਟੀ ਬੱਚਿਆਂ ਦੇ ਵਿੱਚ ਕੀ ਆ ਜ਼ਿਆਦਾ ਕੰਮ ਕਰ ਰਹੀ ਹੁੰਦੀ ਹੈ, ਕਿਉਂਕਿ ਡਿਵੈਲਪਿੰਗ ਸਟੇਜ ਹੁੰਦੀ ਬੱਚਿਆਂ ਦੀ ਅਤੇ ਸਾਰੇ ਸੈੱਲਸ ਬਣ ਰਹੇ ਹੁੰਦੇ ਆ। ਸੋ ਉਹਦੇ ਵਿੱਚ ਕੀ ਆ ਰੈਟੀਕੂਲੋਸਾਈਟਸ ਵੀ ਬਣ ਰਹੇ ਜ਼ਿਆਦਾ ਅਤੇ ਉੱਤੋਂ ਕੀ ਆ ਆਰਬੀਸੀਜ਼ ਬਣ ਰਹੇ ਆ, ਜਦ ਕਿ ਅਡਲਟਸ ਦੇ ਵਿੱਚ ਕੀ ਆ ਇਹ ਜਿਹੜੀ ਐਰਥਰੋਪੋਇਟਿਕ ਐਕਟੀਵਿਟੀ ਹੈ ਕੀ ਆ ਉਮਰ ਦੇ ਨਾਲ ਘੱਟਦੀ ਜਾਂਦੀ ਹੈ। ਨਾਓ ਕਮਿੰਗ ਟੂ ਦਾ ਅਬਨੋਰਮਲ ਰੈਟੀਕੂਲੋਸਾਈਟ ਕਾਊਂਟ। ਰੈਟੀਕੂਲੋਸਾਈਟ ਕਾਊਂਟ ਕਦੋਂ ਕਿਹੜੀ ਕੰਡੀਸ਼ਨ 'ਚ ਵੱਧ ਸਕਦਾ ਜਾਂ ਕਿਹੜੀਆਂ ਕੰਡੀਸ਼ਨ ਜਾਂ ਬਿਮਾਰੀਆਂ ਵਿੱਚ ਕੀ ਆ ਵੱਧ ਸਕਦਾ ਜਾਂ ਘੱਟ ਸਕਦਾ। ਸੋ ਰੈਟੀਕੂਲੋਸਾਈਟੋਸਿਸ ਸਾਨੂੰ ਦੱਸਿਆ ਸੀ ਕਿ ਓਸਿਸ ਵਰਡ ਯੂਜ਼ ਹੁੰਦਾ ਇਨਕਰੀਜ਼ ਇਨ ਨੰਬਰ, ਪੀਨੀਆ ਵਰਡ ਯੂਜ਼ ਹੁੰਦਾ ਡਿਕਰੀਜ਼ ਇਨ ਨੰਬਰ। ਸੋ ਰੈਟੀਕੂਲੋਸਾਈਟਸ ਮਤਲਬ ਇਮੈਚਿਓਰ ਸੈਲਸ ਜਾਂ ਬੇਬੀ ਆਰਬੀਸੀ ਸੈਲਸ ਦੀ ਤਾਦਾਦ ਰੈਟੀਕੂਲੋਸਾਈਟੋਸਿਸ ਕਦੋਂ ਹੁੰਦਾ, ਇਜ਼ ਏ ਹਾਈਲੀ ਰੈਟੀਕੂਲੋਸਾਈਟ ਕਾਊਂਟ। ਇਟ ਅਕਰਜ਼ ਇਨ ਫੋਲੋਇੰਗ ਕੰਡੀਸ਼ਨ, ਇਹ ਹੇਠ ਲਿਖੀਆਂ ਕੰਡੀਸ਼ਨ ਦੇ ਵਿੱਚ ਹੋ ਸਕਦਾ, ਜਦੋਂ ਰੈਪਿਡ ਬਲੱਡ ਲਾਸ ਹੋ ਜਾਏ, ਬਹੁਤ ਜ਼ਿਆਦਾ ਇੰਜਰੀ ਕਰਕੇ ਐਕਸੀਡੈਂਟਲ ਕੇਸਿਸ ਦੇ ਵਿੱਚ, ਟਰਾਮਾ ਕੇਸਿਸ ਦੇ ਵਿੱਚ ਬਲੱਡ ਲਾਸ ਹੋ ਰਿਹਾ ਜਾਂ ਕਿਸੇ ਬਿਮਾਰੀ ਦੇ ਵਿੱਚ ਕੀ ਆ ਬਲੱਡ ਬੋਡੀ 'ਚੋਂ ਬਾਹਰ ਛੇਤੀ ਜ਼ਿਆਦਾ ਲਾਸ ਹੋ ਰਿਹਾ, ਉਸ ਕੰਡੀਸ਼ਨ ਦੇ ਵਿੱਚ ਕੀ ਆ ਰੈਟੀਕੂਲੋਸਾਈਟਸ ਦਾ ਕਾਊਂਟ ਕੀ ਆ ਵੱਧ ਜਾਂਦਾ।
ਕਿਉਂਕਿ ਮੈਚਿਓਰ ਆਰਬੀਸੀਜ਼ ਬਲੱਡ ਦੇ ਲੋਸ ਨਾਲ ਨਿਕਲ ਰਹੇ ਆ ਅਤੇ ਉਹਨਾਂ ਨੂੰ ਰਿਪਲੇਸ ਕਰਨ ਵਾਸਤੇ ਕੀ ਆ ਸਾਰੀ ਸਟੇਜਿਸ ਮੈਚਿਓਰ ਸਟੇਜਿਸ ਵਾਲੇ ਸੈੱਲ ਵੱਧ ਜਾਣਗੇ ਅਤੇ ਉਹਦੇ ਵਿੱਚ ਕੀ ਰੈਟੀਕੂਲੋਸਾਈਟ ਦਾ ਕਾਊਂਟ ਵੀ ਵੱਧ ਜਾਏਗਾ। ਇਹ ਸਾਰੀ ਜਿਹੜੀ ਪ੍ਰੋਸੀਜਰ ਹੈਗਾ ਇਹ 24 ਘੰਟਿਆਂ ਦੇ ਵਿੱਚ ਹੁੰਦਾ ਪਲੂਰੀਪੋਟੈਂਟ ਸਟੈਮ ਸੈੱਲ ਤੋਂ ਲੈ ਕੇ ਮੈਚਿਓਰ ਆਰਬੀਸੀਜ਼ ਨੂੰ ਬਣਨ ਵਾਸਤੇ। ਬਟ ਆਰਬੀਸੀਜ਼ ਦੀ ਨੌ ਲਾਈਫ ਕੀ ਹੈਗੀ 120 ਦਿਨ। ਮਤਲਬ ਜੇ ਇੱਕ ਬਲੱਡ ਲੋਸ ਦੇ ਵਿੱਚ ਜਾਂ ਕਿਸੇ ਬਿਮਾਰੀ ਕਰਕੇ ਸਾਡੀ ਬਾਡੀ 'ਚੋਂ ਬਲੱਡ ਨਿਕਲ ਗਿਆ ਤਾਂ ਆਰਬੀਸੀਜ਼ ਮੈਚਿਓਰ ਆਰਬੀਸੀਜ਼ ਤਾਂ ਨਿਕਲ ਗਿਆ ਅਤੇ 120 ਦਿਨ ਲੱਗਣਗੇ ਉਹਨੂੰ ਮੈਚਿਓਰ ਹੋਣ ਵਾਸਤੇ। ਅਤੇ ਬਾਡੀ ਦੀ ਇਰਥ੍ਰੋਪਾਈਟਿਕ ਐਕਟੀਵਿਟੀ ਵੱਧ ਜਾਂਦੀ ਹੈ, ਬੋਨ ਮੈਰੋ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ ਅਤੇ ਸਾਰੇ ਸੈੱਲਸ ਦੀ ਮੈਚਿਓਰ ਡਿਵੈਲਪਮੈਂਟ ਸਟੇਜਿਸ ਨੂੰ ਫਟਾਫਟ ਬਣਾਉਂਦੀ ਹੈ ਅਤੇ ਉਹਦੇ ਵਿੱਚ ਕੀ ਰੈਟੀਕੂਲੋਸਾਈਟਸ ਦਾ ਕਾਊਂਟ ਵੀ ਵੱਧ ਜਾਂਦਾ। ਫਿਰ ਉਹ ਰੈਟੀਕੂਲੋਸਾਈਟਸ ਕਾਊਂਟ ਨੂੰ ਮੈਚਿਓਰ ਹੋਣ ਨੂੰ ਅੱਗੇ 120 ਦਿਨ ਲੱਗਦੇ ਆ ਅਤੇ ਸਾਡੀ ਬਾਡੀ ਦੇ ਵਿੱਚ ਕੀ ਆ ਉਸ ਬਿਮਾਰੀ ਦੇ ਵਿੱਚ ਫਿਰ ਕੀ ਆ ਜ਼ਿਆਦਾ ਤਾਦਾਦ ਰੈਟੀਕੂਲੋਸਾਈਟ ਇਮੈਚਿਓਰ ਜਾਂ ਬੇਬੀ ਆਰਬੀ ਸੈਲਸ ਦੀ ਹੋ ਜਾਂਦੀ ਹੈ। ਸੋ ਨੈਕਸਟ ਇਜ਼ ਦਾ ਇਨਫੈਕਟਿਵ ਇਰਥ੍ਰੋਪੋਇਸਿਸ ਫੋਰ ਐਗਜ਼ਾਮਪਲ ਥੈਲਸੀਮੀਆ। ਮਤਲਬ ਆਰਬੀਸੀਜ਼ ਜਿਹੜਾ ਹੈਗਾ ਪ੍ਰੋਪਰਲੀ ਇਰਥ੍ਰੋਪੋਇਸਿਸ ਨਹੀਂ ਹੋ ਰਹੀ, ਜਿੱਦਾਂ ਕਿ ਹੈਰੀਡਿਟਰੀ ਡਿਸੀਜ਼ ਥੈਲਸੀਮੀਆ ਦੀ ਐਗਜ਼ਾਮਪਲ ਲਈਏ। ਮਲਿਗਨੈਂਟ ਡਿਸੀਜ਼ ਕੋਈ ਕਿਸੇ ਟਾਈਪ ਦਾ ਕੈਂਸਰ ਆ, ਲੈਕ ਆਫ ਇਰਥ੍ਰੋਪੋਇਟਿਨ ਕੀ ਆ ਗਰੋਥ ਫੈਕਟਰ ਆ ਉਹਦੀ ਕਮੀ ਹੋ ਜਾਵੇ ਤਦ ਮੈਚਿਓਰ ਸੈਲਸ ਜਿਹੜੇ ਹੈਗੇ ਇਮੈਚਿਓਰ ਸੈਲਸ ਦੀ ਤਾਦਾਦ ਵੱਧ ਜਾਂਦੀ ਆ। ਜਾਂ ਕੋਈ ਹੀਮੋਲਿਟਿਕ ਅਨੀਮੀਆ ਤਾਂ ਆਲਰੇਡੀ ਆਈ ਹੈਵ ਡਿਸਕਸ ਵਿਦ ਯੂ ਅਤੇ ਉਹਦੇ ਵਿੱਚ ਕੀ ਆ ਆਰਬੀਸੀਜ਼ ਛੇਤੀ ਬ੍ਰੇਕ ਹੋਣਾ ਸ਼ੁਰੂ ਹੋ ਜਾਂਦੇ ਆ। ਉਹਦੇ ਕਰਕੇ ਕੀ ਆ ਫਿਰ ਸਾਡੇ ਕੋਲ ਇਮੈਚਿਓਰ ਰੈਟੀਕੂਲੋਸਾਈਟਸ ਦਾ ਕਾਊਂਟ ਵੱਧ ਜਾਂਦਾ। ਜਾਂ ਹੈਰੀਡਿਟਰੀ ਲਿਪਟੋਸਾਈਟੋਸਿਸ ਜਾਂ ਹੈਰੀਡਿਟਰੀ ਸਫੀਰੋਸਾਈਟੋਸਿਸ ਇਹ ਕੀ ਆ ਆਰਬੀਸੀ ਮਰਫੋਲੋਜੀਕਲ ਡਿਸਆਰਡਰਸ ਆ। ਇਹਨਾਂ ਵਿੱਚ ਕੀ ਆ ਆਰਬੀਸੀਜ਼ ਦਾ ਕਾਊਂਟ ਇਨਕਰੀਜ਼ ਹੋ ਜਾਂਦਾ। ਸੋ ਲੋ ਰੈਟੀਕੂਲੋਸਾਈਟ ਕਾਊਂਟ ਕਿਹੜੀ ਕੰਡੀਸ਼ਨ 'ਚ ਪਾਇਆ ਜਾਂਦਾ? ਇਹ ਪਲਾਸਟਿਕ ਅਨੀਮੀਆ ਦੇ ਵਿੱਚ ਹੋ ਸਕਦਾ ਜਦੋਂ ਬੋਨ ਮੈਰੋ ਕੋਈ ਕਿਸੇ ਵੀ ਤਰ੍ਹਾਂ ਦਾ ਸੈੱਲ ਜਾਂ ਨਹੀਂ ਬਣਾ ਪਾਉਂਦੀ, ਨਾ ਹੀ ਤਾਂ ਡਿਫਰੈਂਟ ਸਟੇਜਿਸ ਵਾਲੇ ਮੈਚਿਓਰ ਸੈੱਲ ਅਤੇ ਨਾ ਹੀ ਉਹ ਮੈਚਿਓਰ ਹੋ ਕੇ ਆਰਬੀ ਸੈਲਸ ਬਣਾਉਂਦੇ ਆ ਅਤੇ ਬੋਨ ਮੈਰੋ ਸਪਰੈਸ ਹੋ ਜਾਂਦੀ ਹੈ ਕਿਸੇ ਖਾਸ ਬਿਮਾਰੀ ਕਰਕੇ ਜਾਂ ਕੋਈ ਖਾਸ ਮੈਡੀਕੇਸ਼ਨ ਕਰਕੇ, ਕੋਈ ਦਵਾਈ ਖਾਣ ਕਰਕੇ। ਆਇਰਨ ਡੈਫੀਸ਼ੀਐਂਸੀ ਹੋਵੇ ਤਦ ਐਕਸਪੋਜਰ ਟੂ ਰੇਡੀਏਸ਼ਨ ਦਾ ਐਕਸਪੋਜ਼ਰ ਹੋ ਗਿਆ, ਉਸ ਕੇਸ ਵਿੱਚ ਬੋਨ ਮੈਰੋ ਸਪਰੈਸ ਹੋ ਗਈ ਅਤੇ ਸਾਡੇ ਕੋਲ ਰੈਟੀਕੂਲੋਸਾਈਟਸ ਦਾ ਕਾਊਂਟ ਕੀ ਆ ਘੱਟ ਜਾਂਦਾ। ਜਾਂ ਕੋਈ ਲੌਂਗ ਟਰਮ ਕਰੋਨਿਕ ਇਨਫੈਕਸ਼ਨ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੈ ਜਿਹਦੇ ਕਰਕੇ ਕੀ ਹੈ ਰੈੱਡ ਸੈੱਲ ਦੇ ਬਣਨ ਦੇ ਵਿੱਚ ਉਹਦੀਆਂ ਸਾਰੀ ਸਟੇਜਿਸ ਦੇ ਸੈੱਲ ਬਣਨ ਦੇ ਵਿੱਚ ਕੀ ਹੈ ਕਮੀ ਆ ਜਾਂਦੀ ਹੈ। ਜਾਂ ਸਰਟੇਨ ਮੈਡੀਕੇਸ਼ਨ ਦੈਟ ਡੈਮੇਜ ਦਾ ਬੋਨ ਮੈਰੋ ਕੋਈ ਖਾਸ ਤਰ੍ਹਾਂ ਦੀ ਦਵਾਈ ਖਾ ਲਈ ਹੈ ਜਿਹਨੇ ਕਿ ਬੋਨ ਮੈਰੋ ਨੂੰ ਡੈਮੇਜ ਕਰਤਾ, ਇਹਦੇ ਨਾਲ ਕੀ ਹੈ ਰੈਟੀਕੂਲੋਸਾਈਟ ਕਾਊਂਟ ਜਿਹੜਾ ਘੱਟ ਜਾਂਦਾ। So this lecture will cover the reticulocyte count and what are the conditions in which reticulocyte count increases and decreases. So ਇਹਦੇ ਨਾਲ ਤੁਹਾਡਾ ਸਾਰਾ ਰੈਟੀਕੂਲੋਸਾਈਟ ਕਾਊਂਟਿੰਗ ਜਿਹੜਾ ਕਵਰ ਹੋ ਜਾਂਦਾ। ਸੋ ਥੈਂਕਸ।